ਗੁੱਡ ਮਾਰਨਿੰਗ एवरीवन। ਤਾਂ ਜੋ ਲਾਸਟ ਕਲਾਸ ਆਪਾਂ ਨੇ ਹਾਫ ਵੇਵ ਰੈਕਟੀਫਾਇਰ ਡਿਸਕਸ ਕੀਤਾ ਸੀਗਾ, ਅੱਜ ਆਪਾਂ ਉਸ ਟੌਪਿਕ ਨੂੰ ਕੰਪਲੀਟ ਕਰ ਲਾਂਗੇ ਫੁੱਲ ਵੇਵ ਰੈਕਟੀਫਾਇਰ ਨਾਲ। ਠੀਕ ਹੈ, ਤਾਂ ਆਪਣੇ ਕੋਲ ਕੀ ਹੈ, ਹਾਫ ਵੇਵ ਰੈਕਟੀਫਾਇਰ ਦੀ ਵਰਕਿੰਗ ਦੁਆਰਾ ਸਿੱਖ ਲਓ, ਕਿਉਂਕਿ ਫੁੱਲ ਵੇਵ ਦੀ ਵਰਕਿੰਗ ਮੈਂ ਲਿਖਵਾਉਂਗਾ ਨਹੀਂ, ਉਹ ਤੁਹਾਨੂੰ ਖੁਦ ਨੂੰ ਲਿਖਣੀ ਪਊਗੀ। ਚੱਲ ਪਿਆ ਤਾਂ ਹਾਫ ਵੇਵ ਦਾ ਦੇਖ ਲਓ ਇੱਕ ਵਾਰ, ਫਿਰ ਫੁੱਲ ਵੇਵ ਦਾ ਐਕਸਪਲੇਨ ਕਰਨਾ ਬੜਾ ਈਜ਼ੀ ਹੋ ਜਾਂਦਾ ਹੈ। ਹਾਫ ਵੇਵ 'ਚ ਕੀ ਆਪਣੇ ਕੋਲ ਦੋ ਤਰੀਕੇ ਨਾਲ ਇਹਦੀ ਵਰਕਿੰਗ ਹੈ। ਠੀਕ ਹੈ, ਸਭ ਤੋਂ ਪਹਿਲਾਂ ਕੀ ਹੈ ਕਿ ਆਪਣੇ ਕੋਲ ਇੱਕ ਇਨਪੁਟ ਹੈ, ਜਿਸ ਇਨਪੁਟ ਦੇ ਵਿੱਚ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਹੋਵੇ, ਉਸਨੂੰ ਆਪਾਂ ਕਹਿੰਦੇ ਹਾਂ AC ਇਨਪੁਟ। ਇਟ ਕੈਨ ਬੀ ਵੋਲਟੇਜ ਟਾਈਪ, ਇਟ ਕੈਨ ਬੀ ਕਰੰਟ ਟਾਈਪ ਦੋਨੇ। ਤੇ ਇਹਦੇ ਵਿੱਚ ਆਪਾਂ ਨੂੰ ਕੀ ਮਿਲੂਗਾ, ਸਿਰਫ ਇੱਕ ਸਾਈਕਲ ਦੀ ਹੋਊਗਾ ਜਿਸ ਨੂੰ ਆਪਾਂ ਪੋਜ਼ਿਟਿਵ ਸਾਈਕਲ ਕਹਿ ਸਕਦੇ ਹਾਂ, ਕਿਉਂਕਿ ਸੈਕਿੰਡ ਨੈਗੇਟਿਵ ਸਾਈਕਲ ਕੀ ਹੋ ਜਾਊਗਾ, ਆਪਣੇ ਕੋਲ ਗਾਇਬ ਹੋ ਜਾਊਗਾ। ਠੀਕ ਹੈ, ਤਾਂ ਉਹ ਕੀ ਆਪਣੇ ਕੋਲ ਆਊਟਪੁੱਟ ਹੈ, ਇਟ ਕੈਨ ਬੀ ਕਰੰਟ, ਇਟ ਕੈਨ ਬੀ ਵੋਲਟੇਜ, ਇਟ ਕੈਨ ਬੀ ਕਰੰਟ, ਇਟ ਕੈਨ ਬੀ ਵੋਲਟੇਜ। ਹੁਣ ਆਪਣੇ ਕੋਲ ਪ੍ਰਾਇਮਰੀ ਸਾਈਡ ਡਰਾ ਕਰ ਲਾਂਗੇ, ਵਿਚਕਾਰ ਕੀ ਕੋਰ ਹੈ, ਫਿਰ ਸੈਕੰਡਰੀ ਸਾਈਡ ਆ ਜੂਗੀ, ਫਿਰ ਇੱਕ ਡਾਇਓਡ ਆ ਜੂਗਾ, ਫਿਰ ਇੱਕ ਰੈਜ਼ਿਸਟੈਂਸ ਆ ਜੂਗਾ, ਰੈਜ਼ਿਸਟੈਂਸ ਇਜ਼ RL, ਡਾਇਓਡ ਨੂੰ D ਕਹਿ ਦਿੰਦੇ ਆਪਾਂ। ਠੀਕ ਹੈ, ਤਾਂ ਫਸਟ ਹਾਫ ਸਾਈਕਲ ਦੇ ਵਿੱਚ ਆਪਣੇ ਕੋਲ ਕੀ ਹੈ, ਪੁਆਇੰਟਸ ਮਾਰਕ ਕਰਾਂਗੇ A B C D। ਫਸਟ ਹਾਫ ਸਾਈਕਲ ਦੇ ਵਿੱਚ ਇਸ ਦੇ ਵਿੱਚ ਆਪਣੇ ਕੋਲ ਕਰੰਟ ਕਿਵੇਂ ਜਾ ਰਿਹਾ ਹੈ, ਐਂਟੀ ਕਲੌਕਵਾਈਜ਼, ਮਤਲਬ B ਕੀ ਹੈ ਪੋਜ਼ਿਟਿਵ, A ਕੀ ਹੈ ਨੈਗੇਟਿਵ। ਜੇ ਆਪਣੇ ਕੋਲ A ਨੈਗੇਟਿਵ ਹੈ, ਡਿਊ ਟੂ ਮਿਊਚੁਅਲ ਇੰਡਕਸ਼ਨ D ਵੁੱਡ ਬੀ ਪੋਜ਼ਿਟਿਵ, C ਵੁੱਡ ਬੀ ਨੈਗੇਟਿਵ। ਹੁਣ ਜਿਹੜੀ ਆਪਣੇ ਕੋਲ ਡਾਇਓਡ ਹੈ ਉਹਦੀ PN ਜੰਕਸ਼ਨ ਹੈ, ਹੁਣ P ਕਨੈਕਟਡ ਹੈ ਪੋਜ਼ਿਟਿਵ ਨਾਲ, N ਕਨੈਕਟਡ ਹੈ ਨੈਗੇਟਿਵ ਨਾਲ, ਤਾਂ ਆਪਣੇ ਕੋਲ ਕੀ ਹੋ ਜੂ, ਇਹ ਫੋਰਵਰਡ ਬਾਇਸਿੰਗ ਹੋ ਜੂ। ਜੇ ਫੋਰਵਰਡ ਬਾਇਸਿੰਗ ਹੈ ਤਾਂ ਆਪਣੇ ਕੋਲ ਕਰੰਟ ਫਲੋ ਹੋਊਗਾ ਤੇ ਰੈਜ਼ਿਸਟੈਂਸ ਕਰੰਟ ਨੂੰ ਫਲੋ ਪਰਮਿਸ਼ਨ ਦੇਊਗੀ, ਤਾਂ ਆਪਣੇ ਕੋਲ ਕੀ ਆ ਜੂ, ਆਊਟਪੁੱਟ ਆ ਜੂ, ਆ ਗਿਆ ਆਊਟਪੁੱਟ ਲੋਡ ਦੇ ਕ੍ਰੋਸ। ਠੀਕ ਹੈ, ਫॉर द ਫਰਸਟ ਹਾਫ ਸਾਈਕਲ ਦੇ ਵਿੱਚ। ਫਿਰ ਆਪਾਂ ਸੈਕੰਡ ਹਾਫ ਸਾਈਕਲ ਦੇਖਦੇ ਹਾਂ। load resistance, PN junction, this is A B C D। तो इस ਵਿੱਚ ਆਪਣੇ ਕੋਲ ਕਰੰਟ ਕੀ ਹੋ ਜਾਊਗਾ, clockwise, this is first half cycle, this is second half cycle। ਤੇ ਇਸ particular primary side ਤੇ ਜਦੋਂ ਕਰੰਟ clockwise ਹੋਊਗਾ ਤਾਂ A would be positive, B would be negative, then D would be negative due to mutual induction, C would be positive due to mutual induction, P is connected to negative terminal, N is connected to positive terminal, so the second case diode is in reverse bias condition, it will not conduct। ਜੇ ਕੰਡਕਟ ਨਹੀਂ ਕਰੂਗਾ ਤਾਂ ਆਪਣੇ ਕੋਲ ਕੀ ਆਊਟਪੁੱਟ ਆ ਜੂਗੀ, 0। ਫਿਰ ਦੁਬਾਰਾ ਆਪਣੇ ਕੋਲ ਥਰਡ ਕੇਸ ਆ, ਜੋ ਥਰਡ ਚ ਕੀ ਹੋ ਜੂ, ਕਰੰਟ ਫਲੋ ਕਰੂਗਾ, फोर्थ से 0। इट मीन्स अपने कोल पूरी आउटपुट साइकिल ਦੇ ਦੌਰਾਨ 네ਗੇਟਿਵ ਹਾਫ ਸਾਈਕਲ ਗਾਇਬ ਹੋ ਗਿਆ। ਜਦੋਂ 네ਗੇਟਿਵ ਹਾਫ ਸਾਈਕਲ ਗਾਇਬ ਹੋ ਗਿਆ ਆਟੋਮੈਟਿਕਲੀ, ਤਾਂ ਆਪਣੇ ਕੋਲ ਕੀ ਰਹਿ ਗਿਆ, ਸਿਰਫ ਪੋਜ਼ਿਟਿਵ ਰਹਿ ਗਿਆ, ਤੇ ਉਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਦਿਸ ਇਜ਼ ਆਊਟਪੁੱਟ DC। ਇਨਪੁਟ AC ਹੋਗੀ ਤੇ ਆਊਟਪੁੱਟ ਕੀ ਹੋਗੀ ਆਪਣੇ ਕੋਲ, DC। ਦਿਸ ਇਜ਼ ਹਾਫ ਵੇਵ ਰੈਕਟੀਫਾਇਰ ਵਰਕਿੰਗ, ਸਿੰਪਲ ਹੈ। ਠੀਕ ਹੈ, ਹੁਣ ਆਪਾਂ ਦੂਸਰੇ ਪੋਸੀਬਿਲਿਟੀ ਚ ਕੀ ਦੇਖਣਾ ਹੈਗਾ, ਆਪਾਂ ਨੇ ਦੇਖਣਾ ਹੈਗਾ ਫੁੱਲ ਵੇਵ ਰੈਕਟੀਫਾਇਰ। फुल वेव रेक्टिफायर की आना है, पहले हाफ वेव गायब करते हैं, हाफ वेव का भी पोर्शन गायब करूंगा। ठीक है, हेडिंग कर लो हाफ वेव की जगह पे, इट विल बिकम नाउ फुल वेव रेक्टिफायर। देखिए चलो, बहुत बहुत इजी वर्किंग है इस भी अपने को, पर इसमें थ्योरी लिखवाऊंगा नहीं, वो तो खुद लिखनी पड़ेगी। इस अपने को दो डायोड होंगे,
ਵਿਚਕਾਰ ਆਪਾਂ ਲੋਡ ਰੈਜ਼ਿਸਟੈਂਸ ਮਾਰਕ ਕਰਾਂਗੇ। ਹੁਣ ਵੀਡੀਓ ਨੂੰ ਪੌਜ਼ ਕਰਕੇ ਡਰਾ ਕਰ ਲਿਓ। ਉੱਪਰ ਵਾਲੇ ਨੂੰ ਆਪਾਂ ਦੇ ਦਾਂਗੇ ਨਾਮ D1 ਡਾਇਓਡ, ਨੀਚੇ ਵਾਲੇ ਨੂੰ D2 ਡਾਇਓਡ। ਠੀਕ ਹੈ, ਤੇ ਦੁਆਰਾ ਡਾਇਗਰਾਮ ਤਾਂ ਨੀਚੇ ਉਹੀ ਬਣੂਗੀ ਆਪਣੇ ਕੋਲ। ਲੋਡ ਰੈਜ਼ਿਸਟੈਂਸ this is D1 that is D2 ਵਿੱਚ ਲਾਈਨ ਮਾਰਕ ਕਰ ਲੈਣੇ, ਡਿਫਰੈਂਸ ਹੋ ਜਾਊਗਾ this is D2। ਠੀਕ ਹੈ, ਤਾਂ ਆਪਣੇ ਕੋਲ ਧਿਆਨ ਨਾਲ ਦੇਖੋ, ਬਹੁਤ ਈਜ਼ੀ ਹੈ। ਕਿਵੇਂ ਈਜ਼ੀ ਹੈ? ਜੇ ਆਪਣੇ ਕੋਲ ਪ੍ਰਾਇਮਰੀ ਸਾਈਡ ਤੇ ਐਂਟੀ ਕਲੌਕਵਾਈਜ਼ ਹੈ ਤਾਂ A ਨੈਗੇਟਿਵ B ਪੋਜ਼ਿਟਿਵ ਹੈ, ਉਹੀ ਚੀਜ਼ ਹੈ, ਤਾਂ D ਕੀ ਹੋ ਜਾਊਗਾ ਪੋਜ਼ਿਟਿਵ, C ਕੀ ਹੋ ਜਾਊਗਾ ਨੈਗੇਟਿਵ। ਧਿਆਨ ਨਾਲ ਦੇਖੋ, this is P, this is N, this is P, this is N। ਹੁਣ D1 ਦਾ P ਕਨੈਕਟਡ ਹੈ ਪੋਜ਼ਿਟਿਵ ਨਾਲ, N ਕਨੈਕਟ ਹੋ ਜਾਊਗਾ ਨੈਗੇਟਿਵ ਨਾਲ ਆਟੋਮੈਟਿਕਲੀ। ਠੀਕ ਹੈ, P ਕਨੈਕਟਡ ਹੈ ਪੋਜ਼ਿਟਿਵ ਹੈ ਤਾਂ ਇਹ ਕੀ ਹੋ ਜਾਊ ਫੋਰਵਰਡ ਬਾਇਸ। ਜੋ D2 ਦਾ P ਹੈ ਉਹ ਨੈਗੇਟਿਵ ਨਾਲ ਕਨੈਕਟਡ ਹੈ, ਧਿਆਨ ਨਾਲ ਦੇਖੋ P ਕਿਸ ਨਾਲ ਕਨੈਕਟਡ ਨੈਗੇਟਿਵ ਨਾਲ, ਤਾਂ ਇਹ ਕੀ ਹੋ ਜਾਊਗਾ ਰਿਵਰਸ ਬਾਇਸ। ਤਾਂ D2 ਕੰਡਕਟ ਨਹੀਂ ਕਰੂਗਾ, D1 ਕੰਡਕਟ ਕਰੂਗਾ। ਜਦੋਂ ਕੰਡਕਟ ਕਰੂਗਾ ਕਰੰਟ ਵੁੱਡ ਬੀ ਲਾਈਕ ਦਿਸ, ਤਾਂ ਆਪਣੇ ਕੋਲ ਆਊਟਪੁੱਟ ਆ ਬਣ ਗਈ। ਬਟ ਜਿਹੜੀ ਆਊਟਪੁੱਟ ਲੋਡ ਦੇ ਕ੍ਰੋਸ ਬਣ ਰਹੀ ਹੈ ਉਹ ਬਣ ਰਹੀ ਹੈ ਫਰੋਮ ਰਾਈਟ ਟੂ ਲੈਫਟ। ਠੀਕ ਹੈ, ਦਿਸ ਇਜ਼ ਫਸਟ ਹਾਫ ਸਾਈਕਲ ਜਿਸ ਦੇ ਵਿੱਚ D1 ਵਰਕ ਕਰੂਗੀ ਡਿਊ ਟੂ ਫੋਰਵਰਡ ਬਾਇਸਿੰਗ, ਕਿਉਂਕਿ ਉਹਦਾ P ਕਨੈਕਟਡ ਹੋ ਜਾਊਗਾ ਪੋਜ਼ਿਟਿਵ ਨਾਲ। D2 will not conduct due to reverse biasing ਕਿਉਂਕਿ ਉਸਦਾ ਜਿਹੜਾ P ਕਨੈਕਟਡ ਹੈ ਨੈਗੇਟਿਵ ਨਾਲ ਕਨੈਕਟਡ ਹੈ। ਠੀਕ ਹੈ, ਫਿਰ ਆਪਣੇ ਕੋਲ ਆ ਜਾਊਗਾ ਸੈਕੰਡ ਹਾਫ ਸਾਈਕਲ। ਤਾਂ ਜੇ A ਪੋਜ਼ਿਟਿਵ ਹੈ B ਨੈਗੇਟਿਵ, B ਨੈਗੇਟਿਵ ਹੈ C ਪੋਜ਼ਿਟਿਵ। ਹੁਣ ਧਿਆਨ ਨਾਲ ਸਮਝੋ ਇੱਥੇ, ਹੁਣ ਅਗੇਨ ਉਹੀ ਚੀਜ਼ ਕਿ ਸੈਕੰਡ ਹਾਫ ਸਾਈਕਲ ਦੇ ਵਿੱਚ D1 ਦਾ P ਨੈਗੇਟਿਵ ਨਾਲ ਕਨੈਕਟਡ ਹੈ ਤਾਂ ਉਹ ਕੀ ਹੋਊਗਾ ਰਿਵਰਸ ਬਾਇਸ। D2 ਦਾ ਜਿਹੜਾ P ਹੈ ਉਹ ਪੋਜ਼ਿਟਿਵ ਨਾਲ ਕਨੈਕਟਡ ਹੈ, ਉਹ ਕੀ ਹੋਊਗਾ ਫੋਰਵਰਡ ਬਾਇਸ। ਤਾਂ D2 will conduct, D1 will not conduct। ਤਾਂ D2 ਵੀ ਕਿਵੇਂ ਕੰਡਕਟ ਕਰੂਗਾ ਲਾਈਕ ਦਿਸ। ਤਾਂ D2 ਦੇ ਕੇਸ ਦੇ ਵਿੱਚ ਵੀ ਲੋਡ ਦੇ ਅਕ੍ਰੋਸ ਜਿਹੜਾ ਕਰੰਟ ਫਲੋ ਕਰ ਰਿਹਾ that is from right to left, ਤਾਂ ਆਪਣੇ ਕੋਲ ਆਊਟਪੁੱਟ from right to left ਆ ਜਾਊ। ਤਾਂ ਸੇਮ ਡਾਇਰੈਕਸ਼ਨ ਚ this is positive, this is negative। ਠੀਕ ਹੈ, ਤਾਂ ਆਪਣੇ ਕੋਲ ਆਊਟਪੁੱਟ ਕੀ ਮਿਲ ਰਹੀ ਹੈ, ਦੋਨਾਂ ਸਾਈਡ ਤੇ ਆਊਟਪੁੱਟ ਕੀ ਮਿਲ ਰਹੀ ਹੈ ਆਪਣੇ ਕੋਲ ਪੋਜ਼ਿਟਿਵ ਹਾਫ ਸਾਈਕਲ। ਜੇ ਪੋਜ਼ਿਟਿਵ ਮਿਲ ਰਹੀ ਹੈ ਤਾਂ ਉਹ ਕੀ ਆਪਣੇ ਕੋਲ DC ਆਊਟਪੁੱਟ ਹੈ। this is working of full wave rectifier। मतलब ਜੇ ਆਪਾਂ first half cycle ਦੀ ਗੱਲ ਕਰਦੇ ਹਾਂ ਤਾਂ D1 conduct ਕਰੂ, D2 will not conduct। ਜੇ second half cycle ਦੀ ਗੱਲ ਕਰਦੇ ਹਾਂ ਤਾਂ D2 will conduct and D1 will not conduct। ਜਦ ਹਰੇਕ ਸਾਈਕਲ ਦੇ ਵਿੱਚ ਇੱਕ ਡਾਇਓਡ ਕੰਡਕਟ ਕਰ ਰਿਹਾ, ਦੂਸਰਾ ਕੰਡਕਟ ਨਹੀਂ ਕਰ ਰਿਹਾ। ਦੋਨਾਂ ਹੀ ਕੇਸਿਸ ਦੇ ਵਿੱਚ ਜਿਹੜਾ ਕਰੰਟ ਆਊਟਪੁੱਟ ਲੋਡ ਦੇ ਕ੍ਰੋਸ ਫਲੋ ਕਰ ਰਿਹਾ that is in one direction। ਠੀਕ ਹੈ, AC ਕਰੰਟ ਕੀ ਹੁੰਦਾ ਹੈ, ਆਪਣੇ ਕੋਲ ਰੈਜ਼ਿਸਟੈਂਸ ਹੈ ਲੋਡ। ਜੇ ਇੱਕ ਸਾਈਕਲ ਦੇ ਵਿੱਚ ਕਰੰਟ ਇਸ ਸਾਈਡ ਨੂੰ ਜਾਵੇ, ਦੂਜੇ ਸਾਈਕਲ 'ਚ ਕਰੰਟ ਇਸ ਸਾਈਡ ਨੂੰ ਜਾਵੇ, that is called AC। ਜੇ ਆਪਣੇ ਕੋਲ ਡਾਇਰੈਕਸ਼ਨ ਕਰੰਟ ਦੀ ਸੇਮ ਹੁੰਦੀ ਹੈ, ਮਤਲਬ ਜੇ ਆਪਣੇ ਕੋਲ ਫਸਟ ਹਾਫ ਸਾਈਕਲ 'ਚ ਰਾਈਟ ਸਾਈਡ ਜਾ ਰਿਹਾ, ਸੈਕੰਡ ਹਾਫ ਸਾਈਕਲ 'ਚ ਰਾਈਟ ਸਾਈਡ ਜਾ ਰਿਹਾ, ਤੇ ਕਰੰਟ ਕੀ ਹੋਊਗਾ DC ਕਰੰਟ, ਸ਼ੇਪ ਜੋ ਮਰਜ਼ੀ ਹੋਵੇ। ਹੁਣ ਇਸ ਪਾਰਟਿਕੂਲਰ ਆਊਟਪੁੱਟ ਦੇ ਦੌਰਾਨ ਆਪਣੇ ਕੋਲ ਸਿਰਫ ਪੋਜ਼ਿਟਿਵ ਆਊਟਪੁੱਟ ਹੈ, ਨੈਗੇਟਿਵ ਵਾਲਾ ਪੋਰਸ਼ਨ ਹੀ ਨਹੀਂ ਐਗਜ਼ਿਸਟ ਕੀਤਾ। ਤਾਂ ਆਪਣੇ ਕੋਲ ਸਾਰਾ ਸਿਨੈਰੀਓ ਕੀ ਬਣ ਗਿਆ, AC to DC ਕਨਵਰਟ ਹੋ ਗਿਆ ਵਿਦਆਊਟ ਐਨੀ ਲਾਸ। ਠੀਕ ਹੈ, ਤਾਂ ਡਾਇਗਰਾਮ ਡਰਾ ਕਰ ਲਓ। ਮੇਨ ਇਹਦੀ ਡਾਇਗਰਾਮ ਹੈ, ਵਰਕਿੰਗ ਸਿੰਪਲ ਜੀ ਹੈ, ਵਰਕਿੰਗ ਤੁਸੀਂ ਖੁਦ ਲਿਖੋਗੇ ਆਪਣਾ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਆ ਜਾਊਗਾ ਮੈਥਮੈਟੀਕਲ ਪੋਰਸ਼ਨ। ਤਾਂ ਵੀਡੀਓ ਨੂੰ ਪੌਜ਼ ਕਰੋ, ਡਾਇਗਰਾਮ ਡਰਾ ਕਰੋ, ਵਰਕਿੰਗ ਲਿਖੋ ਇਹਦੀ। ਠੀਕ ਹੈ, ਬੁੱਕ ਵਾਲੀ ਰੀਡ ਕਰੋ, ਜਿਵੇਂ ਮਰਜ਼ੀ ਕਰੋ, ਇਹ ਚੀਜ਼ ਕਰਨੀ ਪਊਗੀ ਤੁਹਾਨੂੰ। ਜੇ ਹੁਣ ਕਰ ਲੋਗੇ ਨਾਲ ਦੇ ਨਾਲ ਹੋ ਜੂ, ਨਹੀਂ ਕਰੋਗੇ ਇਟ ਵਿਲ ਟੇਕ ਟਾਈਮ ਟੂ ਅੰਡਰਸਟੈਂਡ ਐਂਡ ਆਲਸੋ ਯਾਦ ਨਹੀਂ ਰਹੂਗਾ। ਤਾਂ ਮੇਨ ਡਾਇਗਰਾਮ ਯਾਦ ਰੱਖਣੀ ਹੈ, ਆਟੋਮੈਟਿਕਲੀ ਯਾਦ ਹੋ ਜੂਗਾ ਇਹ ਚੀਜ਼ਾਂ। ਹੁਣ ਥੋੜਾ ਜਿਹਾ ਗਾਇਬ ਵੀ ਕਰ ਦਿੰਦੇ ਆ ਸਾਰਾ। ਫਿਰ ਆਪਣੇ ਕੋਲ ਆ ਜਾਊ ਮੈਥਮੈਟੀਕਲ ਪਾਰਟ। ਮੈਥਮੈਟੀਕਲ ਪਾर्ट फॉर फुल वेव रेक्टिफायर। ਤਾਂ फुल वेव रेक्टिफायर वास्ते मैथमैटिकल पार्ट की है, सिंपल है, कुछ खास नहीं है। अपने कोल जेड़ा अपने कोल ट्रांसफॉर्मर होंदा, दिस इज प्राइमरी साइड विच कोर होगी, दिस इज सेकेंडरी साइड। ठीक है, हुण वैसे मैं डायग्राम ड्रॉ कर रहा, दो डायोड हो गए फुल वेव वास्ते, विचकार लोड रेजिस्टेंस होगी। ठीक है, हुण इस दे विच की हो रहा अपने कोल, लेट्स से अपने कोल जो है प्राइमरी साइड ते जिहड़ी वोल्टेज है VP है, सेकेंडरी साइड ते VS है। प्राइमरी साइड ते नंबर ऑफ टर्न्स NP है, सेकेंडरी साइड ते NS है।
ਤਾਂ ਆਪਾਂ ਇੱਥੇ ਇਕੁਏਸ਼ਨ ਕੀ ਬਣਦੀ ਹੁੰਦੀ ਹੈ, ਉੱਥੇ ਇਕੁਏਸ਼ਨ ਬਣਦੀ ਹੈ E2/E1 ਇਜ਼ ਇਕੁਅਲ ਟੂ N2/N1। ਤਾਂ ਸੈਕੰਡਰੀ ਸਾਈਡ ਤੇ ਜਿੰਨੀਆਂ ਨੰਬਰ ਆਫ ਟਰਨਸ ਜ਼ਿਆਦਾ ਹੋਣਗੀਆਂ ਟਰਾਂਸਫਾਰਮਰ ਦੀਆਂ ਉਨੀ ਵੋਲਟੇਜ ਜ਼ਿਆਦਾ। ਜੇ ਨੰਬਰ ਆਫ ਟਰਨਸ ਜ਼ਿਆਦਾ ਨੇ ਦੈਨ ਇਟ ਇਜ਼ ਸਟੈਪ ਅਪ, ਟਰਾਂਸਫਾਰਮਰ ਵੋਲਟੇਜ ਵਧਾ ਦੂ। ਜੇ ਨੰਬਰ ਆਫ ਟਰਨਸ ਘੱਟ ਨੇ ਦੈਨ ਇਟ ਇਜ਼ ਸਟੈਪ ਡਾਊਨ, ਟਰਾਂਸਫਾਰਮਰ ਵੋਲਟੇਜ ਘਟਾ ਦੂ। ਤਾਂ ਆਪਣੇ ਕੋਲ ਬਣ ਜਾਂਦਾ V0S/V0P ਇਜ਼ ਇਕੁਅਲ ਟੂ NS/NP। ਸਿੰਬਲ ਦਾ ਮਤਲਬ ਲਿਖਾਂਗੇ ਆਪਾਂ NS/NP। ਸੋ V0S is equal to NS/NP into V0P। ਇਹ ਆਪਣੇ ਕੋਲ ਇੱਕ ਇਕੁਏਸ਼ਨ ਬਣ ਗਈ। ਹੁਣ ਇੱਥੇ ਆਪਾਂ ਮੈਂਸ਼ਨ ਕਰਾਂਗੇ ਕਿ ਸਿੰਬਲਸ ਦਾ ਮਤਲਬ ਕੀ ਹੈ। V0P ਕੀ ਹੈ, V0S ਕੀ ਹੈ, NS ਕੀ ਹੈ, NP ਕੀ ਹੈ। V0 ਕੀ ਹੋ ਜਾਊ ਆਪਣੇ ਕੋਲ ਪੀਕ ਵੈਲਿਊ, ਪੀਕ ਵੋਲਟੇਜ ਔਨ ਪ੍ਰਾਇਮਰੀ ਸਾਈਡ। ਠੀਕ ਹੈ, ਪੀਕ ਦਾ ਮਤਲਬ ਮੈਕਸਿਮਮ, नोट का मतलब पीक होता है, पीक वोल्टेज ऑन सेकेंडरी साइड। फिर NS की है नंबर ऑफ टर्न्स ऑन सेकेंडरी साइड, ते NP की जो नंबर ऑफ टर्न्स ऑन प्राइमरी साइड। ठीक है, क्लियर। हुण जे आपां ने इस दे विच करंट देखना है तां करंट कितना होगा, ਤਾਂ ਆਊਟਪੁੱਟ ਕਰੰਟ ਕਿੰਨਾ ਹੋਊਗਾ, ਜਿੰਨੀ ਆਊਟਪੁੱਟ ਵੋਲਟੇਜ ਹੈ ਦੈਟ ਇਜ਼ V0 ਇਸ ਪੂਰੇ ਸਰਕਟ ਦੇ ਵਿੱਚ ਜਿੰਨੀ ਵੋਲਟੇਜ ਹੈ ਡਿਵਾਈਡ ਬਾਈ RI ਪਲੱਸ RL। ਹੁਣ RL ਕੀ ਹੈ ਆਪਣੇ ਕੋਲ, ਲੋਡ ਰੈਜ਼ਿਸਟੈਂਸ ਹੈ, ਨਾਲ ਨਾਲ ਨੋਟ ਕਰੀ ਚਲੋ। RL ਕੀ ਆਪਣੇ ਕੋਲ ਲੋਡ ਰੈਜ਼ਿਸਟੈਂਸ ਹੈ, RI ਕੀ ਹੈ ਸਰਕਿਟ ਦੀ ਰੈਜ਼ਿਸਟੈਂਸ ਹੈ ਵਿਦਾਊਟ ਲੋਡ। ਠੀਕ ਹੈ, तो इसमें लिखाएंगे सर्किट रेजिस्टेंस एक्सक्लूडिंग लोड ਹੁੰਦਾ ਵੈਸੇ ਤਾਂ विदाउट लोड। ठीक है, सिंपल। ਤਾਂ ਆਪਣੇ ਕੋਲ ਇਕੁਏਸ਼ਨ ਬਣ ਗਈ ਕਰੰਟ ਦੀ, ਵੋਲਟੇਜ ਦੀ। ਫਿਰ ਆਪਣੇ ਕੋਲ ਆ ਜਾਂਦਾ ਹੈ ਕਿ I RMS ਵੈਲਿਊ ਕਿੰਨੀ ਹੋਊਗੀ, ਇਟ ਵੁੱਡ ਬੀ I0/√2। I ਐਵਰੇਜ ਜਾਂ IDC ਇੱਕੋ ਚੀਜ਼ ਹੁੰਦੀ ਹੈ, ਕਿਹਦੇ ਖਲੂਗੀ, ਇਟ ਵੁੱਡ ਬੀ 2/π I0। ਤਾਂ ਵੈਲਿਊਜ਼ ਨੇ ਆਪਣੇ ਕੋਲ RMS ਕਰੰਟ, ਐਵਰੇਜ ਐਂਡ DC ਕਰੰਟ। फिर जे ਆਪਾਂ ने लोड के क्रॉस वोल्टेज देखनी है तो VRMS across the load की it would be IRMS into load resistance। this will be the value across the load। this is the mathematical part for full wave rectifier। ठीक है, वीडियो में पॉज करके नोट करो सारा, वीडियो में पॉज करो एंड राइट इट डाउन, क्योंकि मैंने फिर से हाफ वेव का करते हैं। फिर आ जाऊंगा मैथमेटिकल पार्ट 4। मैथमेटिकल पार्ट 4 हाफ वेव रेक्टिफायर। ठीक है, हाफ वेव रेक्टिफायर वास्ते सिंबल सेम चलेंगे, V0S/V0P इज इक्वल टू NS/NP। तो V0S की देख लो बन जाओ NS/NP इंटू V0, ये बन जाओ अपने को सेकेंडरी वोल्टेज। ठीक है, I0 के देख लो जो V0S/RI प्लस R, सेम फॉर्मूला, कोई फर्क नहीं पड़ेगा। फिर IRMS ਤੇ IDC ਦਾ ਫਰਕ ਪੈ ਜਾਊਗਾ, ਕਿਉਂ, ਇਸ ਦੇ ਵਿੱਚ ਕੀ ਹੈ ਆਪਣੇ ਕੋਲ ਵੇਵ ਹਾਫ ਵਾਲੀ ਗਾਇਬ ਹੋ ਰਹੀ ਹੈ, ਹਾਫ ਵਾਲੀ ਅਵੇਲੇਬਲ ਹੈ। VRMS सेम हो, IRMS कितना हो जाएगा, इट वुड बी I0/√2 की जगह 2 हो जाएगा। ठीक है, DC AC की हो जाएगा I0/π हो जाएगा। VRMS में क्या हो जाएगा IRMS across the load into RL। तो ये वैल्यूज हो जाएंगी अपने को पर्टिकुलर वैल्यूज ऑफ RMS करंट, DC करंट, RMS वोल्टेज, आउटपुट करंट। स्टेप क्लियर। ठीक है, फिर अपने को आंदा है कि नोट बना के पॉइंट है इसका, पॉज करके वीडियो नोट कर लो, जो होंगे सर नोट बना के लिख लो कि अपने को लेट्स से इनपुट वेव है,
ठीक है, जिससे पॉजिटिव है, नेगेटिव है, पॉजिटिव है, नेगेटिव है, पॉजिटिव है एंड नेगेटिव है। फिर आउटपुट कर्व देखेंगे अपन। इतने स्ट्रेट लाइन ड्रॉ करनी थोड़ी डिफिकल्ट होंगी है, तो तुम सही तरीके ना करो। हाफ वेव दी आउटपुट आउ आ वाली, सेकंड वाली फुल वेव दी आउटपुट। तो हाफ वेव दी आउटपुट कितनी होगी, एक साइकिल विचकार लगाया, दूसरा साइकिल फिर गायब, नेगेटिव वाला फिर पॉजिटिव फिर गायब। जी फुल वेव दी होगी वो कितनी होगी, एक नेगेटिव तो भी पॉजिटिव बन जाएगा क्योंकि उससे वेस्टेज नहीं हो रही। तो सारियां की चलणगियां वेव्स पॉजिटिव चलणगियां, दैट वी कॉल एज DC क्योंकि सारी पॉजिटिव ने। ध्यान नाल इस ਨੂੰ समझो कि लेट्स से जे अपने कोल इनपुट फ्रीक्वेंसी 50 हर्ट्ज है। फ्रीक्वेंसी ਦਾ मतलब हो रहा है रेपिटेशन, फ्रीक्वेंसी ਦਾ मतलब हो रहा है एक सेकंड ਦੇ ਵਿੱਚ ਕਿੰਨੀਆਂ वेव्स ने, ठीक है, ਤੇ रेपिटेशन हो रही है, ठीक है। ਹੁਣ ध्यान ਨਾਲ देखो, अपने कोल इस पॉइंट तो रेपिटेशन हो रही है, ठीक है। ਤੇ ਹਾਫ ਵੇਵ ਦੇ ਵਿੱਚ ਵੀ ਕੀ ਹੋ ਰਿਹਾ ਆਪਣੇ ਕੋਲ, ਆ ਚੀਜ਼ ਪੋਜ਼ਿਟਿਵ ਫਿਰ ਗਾਇਬ, ਫਿਰ ਪੋਜ਼ਿਟਿਵ ਫਿਰ ਗਾਇਬ, ਫਿਰ ਆਪਣੇ ਕੋਲ ਅਗੇਨ ਇਸ ਪੁਆਇੰਟ ਤੋਂ ਰੈਪੀਟੀਸ਼ਨ ਹੋ ਰਹੀ ਹੈ। ਤਾਂ ਜਿੰਨੀਆਂ ਕਰਵਸ ਉੱਪਰਲੀਆਂ 1 ਸੈਕਿੰਡ 'ਚ 50 ਫਲੋ ਕੀਤੀਆਂ, ਤਾਂ ਇਸ ਕੇਸ ਦੇ ਵਿੱਚ ਵੀ ਕਰਵਸ 50 ਹੀ ਰਹਿ ਜਾਣਗੀਆਂ। ਸਟੈਪ ਕਲੀਅਰ। ਇਸ ਕੇਸ ਦੇ ਵਿੱਚ ਵੀ 50 ਰਹਿ ਜਾਣਗੀਆਂ, ਰੈਪੀਟੀਸ਼ਨ ਕਿੱਥੇ ਹੋ ਰਹੀ ਹੈ, ਜਿੱਥੇ ਮੈਂ ਡਾਰਕ ਕਰ ਰਿਹਾ ਵਾਈਟ ਨਾਲ, ਠੀਕ ਹੈ। ਹੁਣ ਬਟ ਫੁੱਲ ਵੇਵ 'ਚ ਕੀ ਹੈ, ਫੁੱਲ ਵੇਵ 'ਚ ਰੈਪੀਟੀਸ਼ਨ ਇੱਥੋਂ ਨਹੀਂ ਹੋਈ, ਰੈਪੀਟੀਸ਼ਨ ਇੱਥੋਂ ਹੋ ਰਹੀ ਹੈ ਕਰਵਸ ਦੀ। ਤਾਂ ਹਰੇਕ ਇੱਕ ਸਿੰਗਲ ਵੇਵ ਦੇ ਵਿੱਚ ਡਬਲ ਵੇਵਸ ਆ ਗਈਆਂ। ਤਾਂ ਜੇ ਆਪਣੇ ਕੋਲ ਇਸ ਪੂਰੇ ਸਾਈਕਲ ਦੇ ਵਿੱਚ ਪੋਜ਼ਿਟਿਵ ਕਿੰਨੇ ਸੀ, ਟੋਟਲ ਪੋਜ਼ਿਟਿਵ 50 ਸੀ, ਇਹਦੇ 'ਚ ਵੀ ਪੋਜ਼ਿਟਿਵ 50 ਹੋ ਗਏ, ਇਹਦੇ 'ਚ ਪੋਜ਼ਿਟਿਵ ਕਿੰਨੇ ਹੋ ਜਾਣਗੇ 100। ਤਾਂ ਆਪਣੇ ਕੋਲ ਫ੍ਰੀਕੁਐਂਸੀ ਕਿੰਨੀ ਹੋ ਜੂਗੀ, ਇਟ ਵੁੱਡ ਬੀ 100 ਹਰਟਜ਼ ਫॉर ਫੁੱਲ ਵੇਵ ਰੈਕਟੀਫਾਇਰ। ਤਾਂ ਆਪਣੇ ਕੋਲ ਹਾਫ ਵੇਵ ਰੈਕਟੀਫਾਇਰ ਦੀ ਫ੍ਰੀਕੁਐਂਸੀ ਸੇਮ ਰਹਿੰਦੀ ਹੈ, ਫੁੱਲ ਵੇਵ ਰੈਕਟੀਫਾਇਰ ਦੀ ਫ੍ਰੀਕੁਐਂਸੀ ਕੀ ਹੁੰਦੀ ਹੈ, ਡਬਲ ਹੋ ਜਾਂਦੀ ਹੈ। This is the scenario for half wave and full wave, नोट बना के point main point, ठीक है। प्रॉपर्टी कह सकते हैं आप, मेन पॉइंट कह सकते हैं, इट्स ऑन अस। तो जो मर्जी आप इसको प्रोनाउंस कर सकते हैं, कह सकते हैं। तो पॉइंट की बनता है, इफ फ्रीक्वेंसी ऑफ इनपुट वेव, वेव ਦੇ ਵਿੱਚ ਕਰੰਟ ਦੀ ਵੇਵ ਵੀ ਹੋ ਸਕਦੀ ਹੈ, ਵੋਲਟੇਜ ਵੇਵ ਵੀ ਹੋ ਸਕਦੀ ਹੈ, is 50 hertz, then frequency for half wave rectifier, frequency for half wave rectifier is 50 hertz, and for full wave rectifier it becomes 100 hertz। तो अपने को हाफ वेव वास्ते जितनी फ्रीक्वेंसी उन्नी रहूगी, ठीक है, बट फुल वेव वास्ते की होगा, जेडी फ्रीक्वेंसी है वो डबल हो जाएगी। दिस इज द आउटपुट फ्रीक्वेंसी ऑफ फुल वेव रेक्टिफायर, ठीक है। नैक्सट आप हाफ वेव ते फुल वेव च डिफरेंस करांगे, फिर अपने को न्यूमेरिकल्स ने, फिर अपने को एप्लीकेशंस ने पीएन जंक्शन डायोड दियां। एप्लीकेशंस भी लेंथी ने, ठीक है, बट अगेन वीडियो नु पॉज करके प्रॉपर्ली नोट करो। तो नेक्स्ट हेडिंग अपने को आ जाएगी, हेडिंग है डिफरेंस बिटवीन हाफ वेव एंड फुल वेव रेक्टिफायर। तो डिफरेंस करांगे आप हाफ वेव एंड फुल वेव रेक्टिफायर दे विच।
ठीक है। तो एक साइड ते आप हाफ वेव रेक्टिफायर लिखांगे, छोटे छोटे पॉइंट्स ने, ज्यादा नहीं है। एक साइड ते अपने को फुल वेव आजू। तो हाफ वेव रेक्टिफायर च अपने को फॉर्मूला तो सेम रहना वैसे, ES by EP is equal to NS by NP, which means ES is equal to NS by NP into EP। ਤਾਂ ਇਹੀ ਫਾਰਮੂਲਾ ਰਿਪੀਟ ਹੋ ਜੂ ਸੇਮ ਵਾਲਾ ਫੁੱਲ ਵੇਵ ਰੈਕਟੀਫਾਇਰ ਚ, that is ES by EP is equal to NS by NP। and ਥੋੜਾ ਜਿਹਾ ਫਾਸਟ ਸਪੀਡ ਤੇ ਕਰਾ ਰਿਹਾ ਕਿਉਂਕਿ ਕੰਟੈਂਟ ਜ਼ਿਆਦਾ ਕਰਵਾਉਣ ਵਾਲਾ, ਤੇ ਮੈਂ ਇਹ ਐਕਸਪੈਕਟ ਕਰ ਰਿਹਾ ਕਿ ਤੁਸੀਂ ਪੌਜ਼ ਕਰਕੇ ਵੀਡੀਓ ਨੂੰ ਨੋਟ ਕਰ ਸਕਦੇ ਹੋ ਈਜ਼ੀਲੀ। ਠੀਕ ਹੈ। ਤੇ ਸੈਕੰਡ ਪੁਆਇੰਟ ਕੀ ਆ ਜੋ ਆਪਣੇ ਕੋਲ ਹੁਣ ਡਿਫਰੈਂਸ ਸਟਾਰਟ ਹੁੰਦਾ ਹੈ ਕਿ E0 ਕੀ ਹੁੰਦਾ ਹੈ √2 ਟਾਈਮਸ ES ਹੁੰਦਾ ਹੈ। ਠੀਕ ਹੈ। ਜਿਹੜਾ ਸੈਕੰਡਰੀ ਸਾਈਡ ਤੇ ਆਪਣੇ ਕੋਲ ਪੀਕ ਵੈਲਿਊ ਹੋਊਗੀ ਉਹ RMS ਵੈਲਿਊ ਤੋਂ ਕਿੰਨਾ ਫਰਕ ਹੁੰਦਾ ਹੈ √2 ਟਾਈਮਸ। ਤੇ ਫੁੱਲ ਵੇਵ ਦੇ ਵਿੱਚ ਵੀ ਕੀ ਹੋ ਜਾਊਗਾ E0 S is equal to √2 ਟਾਈਮਸ ES। ठीक है। ਹੁਣ ਆਪਣੇ ਕੋਲ E0 S ਕੀ ਹੋ ਜਾਊਗਾ ਪੀਕ ਵੈਲਿਊ ਆਫ ਵੋਲਟੇਜ, ਪੀਕ ਆਫ ਸੈਕੰਡਰੀ ਵੋਲਟੇਜ। ਤੇ ES ਕੀ ਹੋ ਜਾਊ ਆਪਣੇ ਕੋਲ, ES ਕੀ ਹੋ ਜਾਊ ਆਪਣੇ ਕੋਲ RMS ਵੈਲਿਊ ਆਫ ਸੈਕੰਡਰੀ ਵੋਲਟੇਜ। ਤਾਂ ਦੋ ਪੁਆਇੰਟਸ ਹੋ ਗਏ ਜੋ ਸੇਮ ਜੀ ਹੋ ਗਏ। ਠੀਕ ਹੈ। ਫਿਰ ਆਪਣੇ ਕੋਲ ਕਰੰਟ ਆ ਜਾਂਦਾ ਹੈ। वैसे तो लॉजिकल ये कंपैरिजन है, डिफरेंस भी नहीं है। फॉर्मूलाज ਨੂੰ ਆਪਾਂ ਨੇ ਕੰਬਾਈਨ ਕਰਕੇ ਲਿਖਿਆ, दिस इज नॉट द डिफरेंस, दिस इज कंपैरिजन। ਤਾਂ I0 ਕਿੰਨਾ ਜੋ ਆਪਣੇ ਕੋਲ E0 S by RI plus RL। ठीक है। नोट कर लो पॉइंट्स से, फिर मैं बाकी ऊपर लिख देना। दो पॉइंट्स है। थर्ड पॉइंट हो गया, फोर्थ पॉइंट ऊपर मेंशन कर देने आप। ठीक है। 4 पॉइंट्स के अंदर अपने को कि हाफ दे विच आई RMS कितनी वैल्यू हो जाती है, दैट वुड बी I0 by 2। ठीक है। ਤੇ ਫੁੱਲ ਵੇਵ ਚ IRMS ਕਿੰਨੀ ਹੋ ਜੂਗੀ I0 by √2। I एवरेज कितनी हो जूगी, इट वुड बी I0 by पाई। ठीक है। तो I एवरेज इस केस कितनी हो जूगी, इट वुड बी 2 by पाई I0। अपने को दो पॉइंट्स ने जो पिंक ने मेंशन किया डिफरेंस है, मतलब अपने को हाफ वेव रेक्टिफायर च ਜਿਹੜੀ RMS वैल्यू ਹੁੰਦੀ ਹੈ that would become I0 by 2। ਤੇ ਫੁੱਲ ਵੇਵ ਚ IRMS ਕਿੰਨੀ ਬਣ ਜੂਗੀ I0 by √2। ਤੇ ਜਿਹੜੀ ਆਪਣੇ ਕੋਲ I ਐਵਰੇਜ ਵੈਲਿਊ ਹੋਊਗੀ ਹਾਫ ਵੇਵ ਚ ਡਿਵਾਈਡ ਬਾਈ ਪਾਈ ਹੋ ਜੂਗੀ, ਫੁੱਲ ਵੇਵ ਚ ਕਿੰਨੀ ਹੋ ਜੂਗੀ that will be 2 by पाई। मेरे रूम का गेट बंद कर दो। ठीक है। तो अपने को क्या हो गए कंपैरिजन के पॉइंट्स आ तीन सिमिलर पॉइंट्स ने, मतलब सारे अपने फॉर्मूलाज ਨੂੰ ਇੱਕ ਜਗ੍ਹਾ ਤੇ ਕੰਬਾਈਨ ਕਰਤਾ, ਹੋਰ ਕੁਝ ਨਹੀਂ ਹੈ। ਤੇ ਦੋ ਪੁਆਇੰਟਸ ਕਿਹਦੇ ਹੋ ਗਏ, ਇਹ ਡਿਫਰੈਂਸ ਦੇ ਪੁਆਇੰਟਸ ਹੋ ਗਏ। ਤੇ ਪਹਿਲਾ ਹੀ ਮੈਥਮੈਟੀਕਲ ਪਾਰਟ ਦੇ ਵਿੱਚ ਸਾਰਾ ਕੁਝ ਕੀਤਾ ਆਪਾਂ ਨੇ। ਠੀਕ ਹੈ। ਤਾਂ ਆਈ ਐਮ ਐਕਸਪੈਕਟਿੰਗ ਕਿ ਇਹ ਚੀਜ਼ਾਂ 'ਚ ਕੁਝ ਹੈ ਨਹੀਂ ਖਾਸਾ, ਯੂ ਕੈਨ ਈਜ਼ੀਲੀ ਅੰਡਰਸਟੈਂਡ ਥੀਸ ਪੁਆਇੰਟਸ। ਫਿਰ ਇੱਕ ਪੁਆਇੰਟ ਬੰਦਾ ਆਪਣੇ ਕੋਲ ਇੱਥੇ ਐਫੀਸ਼ੀਐਂਸੀ ਕਿੰਨੀ ਹੁੰਦੀ ਹੈ 41%। जो हाफ वेव रेक्टिफायर की एफिशिएंसी होंगी है दैट इज 41%। ਤੇ ਜਿਹੜੀ ਆਪਣੇ ਕੋਲ ਫੁੱਲ ਵੇਵ ਦੀ ਹੁੰਦੀ ਹੈ दैट इज 82%, क्योंकि डबल वेव्स ਆਪਾਂ ਨੂੰ ਮਿਲਦੀਆਂ ਨੇ। ठीक है। ਤਾਂ ਹਾਫ ਵੇਵ ਚ ਐਫੀਸ਼ੀਐਂਸੀ ਵੁੱਡ ਬੀ 41% ਤੇ ਫੁੱਲ ਵੇਵ ਚ ਐਫੀਸ਼ੀਐਂਸੀ ਵੁੱਡ ਬੀ 82%। ਹੁਣ ਨੋਟ ਕਰੋ, ਇਹੀ ਹੈ ਥਿਊਰੀ ਜਿਹੜੀ ਨੋਟ ਕਰਨੀ ਹੈ। ਫਿਰ ਆਪਾਂ ਨੂਮੈਰੀਕਲ ਡਿਸਕਸ ਕਰਦੇ ਹਾਂ, ਦੋ ਚਾਰ ਨੂਮੈਰੀਕਲਸ ਹੈ ਆਪਣੇ ਲਵੇ ਇਸ ਤੇ। ਚਾਹੇ ਵੀਡੀਓ ਨੂੰ ਅਗੇਨ ਕਹਿ ਰਹੇ ਹਾਂ, ਪੌਜ਼ ਕਰਕੇ ਨੋਟ ਕਰ ਲਓ,
बट कर लो, जरूरी है। तो नेक्स्ट अपने को क्वेश्चन ही है, देख लो। 100 ओम रेजिस्टेंस है, पोटेंशियल बैरियर 0.5 वोल्ट का दिता है, बैटरी कनेक्ट की है 10 वोल्ट की। वी हैव टू फाइंड करंट इन सिस्टम, करंट फाइंड करना है इस सिस्टम ਦੇ ਵਿੱਚ। ठीक है, सब तो पहले आप देखेंगे कि जी बैटरी कनेक्टेड है वो फॉरवर्ड बायसिंग है कि रिवर्स बायसिंग है। तो इस अपने को दो टाइप के करंट फाइंड करने हैं। फर्स्ट फाइंड करना है डिफ्यूजन करंट, सेकंड फाइंड करना अपने ड्रिफ्ट करंट। ड्रिफ्ट करंट ਨੂੰ ਇੱਕ ਹੋਰ ਨਾਮ ਦਿੰਦੇ ਨੇ लीकेज करंट, जो नेगलीजिबल ਹੁੰਦਾ। तो लीकेज करंट हमेशा याद रखना जीरो होगा फॉरवर्ड बायसिंग के केस च, रिवर्स बायसिंग च ਹੁੰਦਾ है, उसਨੂੰ भी निगलेक्ट करते ਹੁੰਦੇ ਆ। एक पीक वैल्यू तो बाद जाके उसकी कुछ ना कुछ कंसीडरेशन आती है, पहला नहीं कंसीडरेशन। ठीक है, तो अपने को डिफ्यूजन करंट फाइंड करना है। सब तो पहले आप देखना है कि जेड़ा डायोड है, दिस इज पी, दिस इज एन, तो पी नाल पॉजिटिव कनेक्टेड है, एन नाल नेगेटिव कनेक्टेड है। दिस इज इन द फॉरवर्ड बायस कंडीशन। जे फॉरवर्ड बायस ਦੇ ਵਿੱਚ ਹੈ ਤਾਂ ਜਿਹੜੀ 10 वोल्टेज है दैट विल बी डिवाइडेड इनटू टू पार्ट्स। एक तो हो जाएगा पोटेंशियल अक्रॉस डायोड, एक हो जाएगा पोटेंशियल अक्रॉस रेजिस्टेंस। रेजिस्टेंस वाला ਦਾ V इज इक्वल टू IR ਦਾ ਫਾਰਮੂਲਾ ਲੱਗ ਜੂ। ਤਾਂ 10 की देव ਤੇ डायोड ਦੀ ਦਿੱਤੀ ਹੋਈ ਹੈ पोटेंशियल बैरियर दैट इज 0.5 प्लस I इंटू R, R कितना है 100, तो 0.1 उतो 0.5 माइनस हो जाओ, 10 माइनस 0.5 इज इक्वल टू 100 I। तो I कितना हो जाएगा, इट वुड बी 9.5 बाय 100, 0.095 एम्पियर। केड़ा करंट है, डिफ्यूजन करंट ड्यू टू मेच्योरिटी चार्ज कैरियर्स, ड्यू टू मेच्योरिटी चार्ज कैरियर्स। तो जो ड्रिफ्ट करंट है वो कितना है, जीरो। लीकेज करंट कितना हो जाएगा, जीरो। ठीक है, क्योंकि मिनोरिटी चार्ज कर होता है, तो एक क्या होता है मिनोरिटी चार्ज कैरियर्स का। जो मेजोरिटी तो पुट्ठा बिहेव करनगे एंड जिन्हां दी वैल्यू कितनी हो जाएगी अपने को नेगलीजिबल इन द सर्किट। ठीक है, क्लियर। हुण नेक्स्ट वाला क्वेश्चन थोड़ा लेंथी होगा, फुल वेव रेक्टिफायर दा। ये वाला नोट कर लो, फिर नेक्स्ट वाला भी ड्रॉ कर देने, फिर हम डिस्कस करते हैं अपना। डायग्राम ड्रॉ कर लो, वैल्यूज मार्क कर देना मैं। दिस इज लोड रेजिस्टेंस, तो VRMS इस दे क्रॉस हो। ठीक है, RL की वैल्यू दी हुई है 97 हो, 970 हो, बुक वाली वैल्यू कर लेने आप। RL की वैल्यू कितनी अपने को 970 हो, तो इनपुट रेजिस्टेंस कितनी है अपने को 30 हो। तो स्टेटमेंट इज वोल्टेज ऑफ 100 वोल्ट is applied
across primary side of transformer, ठीक है। number of turns primary to secondary are 20:1, तो 20:1 की रेशियो है नंबर ऑफ टर्न्स की, ठीक है। कैलकुलेट फर्स्ट पार्ट है करंट थ्रू लोड रेजिस्टर्स RL फाइंड करना है। सेकंड है वोल्टेज अक्रॉस द लोड, तभी VRMS फाइंड करना है। डायग्राम ड्रॉ कर लो, स्टेटमेंट में समझने की ट्राई करो, फिर करते हैं डिस्कस जब। तो अपन सब तो पहला तो ये देखना भी गिवन की है। अपन VP गिवन है, दैट इज RMS वैल्यू ऑफ प्राइमरी दी हुई है 100 वोल्ट, तो अपन V नॉट P किमें कर देंगे √2 टाइम्स 100, इसमें लिखने 100 √2 वोल्ट, ठीक है। फिर अपन लगाने हैं प्राइमरी टू सेकेंडरी साइड ते रेशियो दा, तो अपने को 20:1 रेशियो है, ठीक है। तो अपने को क्या हो जाएगा V नॉट P बाय V नॉट S इज इक्वल टू NP बाय NS। V नॉट P कितना है 100 √2, V नॉट S फाइंड करना है, NP कितना 20:1, तो अपने को V नॉट S वुड बी 5 √2 वोल्ट, तो V नॉट S कितना हो जाएगा 5 √2 वोल्ट। तो हम जब V नॉट S की वैल्यू आ चुकी है अपने को, तब VS कट सकते हैं आप, ठीक है, या फिर I नॉट कट सकते हैं। तो I नॉट का अपने को फॉर्मूला की होंगे, ये होंगे V नॉट S बाय RI प्लस RL। V नॉट S कितना है 5 √2 डिवाइड बाय R, इक्के 970 इक्के 30, 5 √2 बाय 1000 एम्पेयर, इसमें मैं लिख सकता 5 √2 मिली एम्पेयर भी लिख सकता। I नॉट जो होगा सेकेंडरी साइड पे ही होगा, ठीक है। तो करंट थ्रू रेजिस्टेंस कितना आ गया अपने को 5 √2 मिली एम्पेयर। स्टेप क्लियर। हुन जे ਆਪਾਂ ਨੇ ਇਸ ਦਾ IRMS वैल्यू करनी है, तो की करना पू, सब तो पहली गल फुल वेव रेक्टिफायर है, फुल वेव रेक्टिफायर है। हुन एक बार नोट कर लो, फिर कंप्लीट करिए आप। मार्केट चलना बंद हो गया तो एक बार नोट कर लो, चाहे वीडियो में पॉज करके नोट करो, ठीक है। फिर नेक्स्ट स्टेप करूंगा, एक दो स्टेप रह गए जस्ट, ज्यादा नहीं है। आई ट्राई जे इस नाल होवे, तो दूजे वाला चल रहा है, देख लो IRMS कितना होगा, इट वुड बी I नॉट बाय √2, तो इट वुड बी 5 √2 बाय √2 मिली एम्पेयर। तो अपने को IRMS लोड दे क्रॉस आ गया 5 मिली एम्पेयर, ठीक है। हुन एक चीज रहेगी दैट इज वोल्टेज, तो वोल्टेज फाइंड करना मेथड की अपने को स्पेस क्रिएट करनी पैनी है। सिंपल जा क्वेश्चन है, लेंथी है बट क्वेश्चन जब तक तुम दो बार अपनी करके देखोगे तो क्लैरिटी नहीं होगी, ठीक है। फिर अपने फाइंड करना है अपने वोल्टेज अक्रॉस द
लोड फाइंड करना है तो उस वास्ते की करांगे आपां V RMS किहदे इक्वल हुंदा है IRMS into RL IRMS कितना फाइंड करता है 5 मिली एम्पियर into RL कितना अपने कोल 970 ohm तो it can be written as 5/1000 into 970 तो सॉल्व करके बनता है 4.85 वोल्ट तो अपने को आउटपुट दे क्रॉस कितनी वोल्टेज आ गई दैट इज 4.85 वोल्ट ਹੁਣ ਇਸ ਵੈਲਿਊਜ਼ ਨੂੰ ਇਸ ਨੂਮੈਰੀਕਲ ਨੂੰ ਇੱਕ ਧਿਆਨ ਨਾਲ ਸਮਝ ਲਓ ਸਿੰਪਲ ਜਿਹਾ ਹੈ ਲੈਂਥੀ ਹੈ ਸਿੰਪਲ ਟਿਪੀਕਲ ਦੀ ਕੈਟਾਗਰੀ ਚਲੇ ਹੈ ਨਹੀਂ ਇਹ ਸਿੰਪਲ ਹੈ ਬਟ ਲੈਂਥੀ ਹੈ ठीक है नोट कर लो आराम ਨਾਲ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰੋ ਚਾਹੇ ਜਿਵੇਂ ਕੰਫਰਟੇਬਲ ਹੋ ਤੁਸੀਂ बट इस क्वेश्चन ਨੂੰ ਚੱਲ ਨਾਲ ਸਮਝ ਲਿਓ बुक ਚ ਹੋਰ ਜ਼ਿਆਦਾ क्वेश्चंस है नहीं एक दो क्वेश्चंस करांगे ਇਹਨਾਂ ਨੂੰ ਚੱਲ ਨਾਲ ਕਰ ਲਿਓ ठीक है होप नोट कर लिया होगा तो इस कोई डाउट नहीं रहना चाहिए ਤੁਹਾਨੂੰ तो नेक्स्ट देखो नेक्स्ट भी स्टेटमेंट हो जी है नेक्स्ट हाफ वेव रेक्टिफायर हो जाएगा find voltage across the load resistor the load resistor कितना है 5 ohm है तो अपन ने voltage across the load resistance find करनी है हुन अपने कोल कोई प्राइमरी साइड कोई सेकेंडरी साइड नहीं है सिंपल अपने कोल वही चीज है बट हाफ वेव है इस चीज का ध्यान रखना हुन अपने कोल जो बाय चांस दिता हुंदा है वो बाय डिफॉल्ट कितना दिता हुंदा है VRMS या IRMS जो अपन दिता हुंदा है तो 100 वोल्ट की अपने कोल VRMS है तो VRMS किहदे कोल हो जाऊगा V0/√2 दिस इज फॉर सप्लाई साइड ध्यान रखना है तो V0 कितना हो जाऊगा इट वुड बी 100√2 वोल्ट किथे सप्लाई साइड वाला ठीक है सप्लाई साइड ਦਾ ਆ ਗਿਆ ਫਿਰ ਆਪਣੇ ਕੋਲ ਆ ਜਾਂਦਾ ਹੈ I0 ਕਿਵੇਂ ਫਾਈਂਡ ਕਰਾਂਗੇ ਆਪਾਂ I0 ਹੁੰਦਾ V0/RI plus RL ਹੁਣ ਇੱਥੇ ਆਪਾਂ ਨੂੰ RI ਕਿੰਨੀ ਗਿਵਨ ਹੈ 0 ਬਿਕੋਜ਼ ਆਪਾਂ ਨੂੰ ਗਿਵਨ ਹੀ ਨਹੀਂ ਹੈ ਆਪਾਂ ਨੂੰ ਸਰਕਟ ਬਾਰੇ ਕੁਝ ਵੀ ਨਹੀਂ ਦੱਸਿਆ ਹੋਇਆ ਤਾਂ ਆਪਾਂ RI ਕਿੰਨੀ ਲਵਾਂਗੇ 0 RL ਆਪਾਂ ਨੂੰ ਦਿੱਤਾ ਹੈ that is 5 ohm ਤਾਂ ਕਿੰਨਾ ਬਣ ਜੂ 20√2 एम्पियर ठीक है this is value of I0 but for half wave rectifier IRMS कितना बन जाएगा that would be I0/2 तो कितना बनू 20√2/2 तो कितना जो 10√2 ampere this is value for RMS across the load ठीक है तो VRMS कितना बन जाएगा this is across the load it would be IRMS into RL IRMS कितना है 10√2 ਤੇ RL कितना है 5 तो it means A बन जाओ 50√2 वोल्ट मतलब जी 100 वोल्ट RMS वैल्यू अपने को इनपुट है तो लोड ਦੇ क्रॉस RMS वैल्यू कितनी बचूगी 50√2 ध्यान नाल समझ लो एक साइड अपने को लोड साइड है एक साइड अपने को इनपुट साइड है इनपुट साइड ਤੇ अपने को √2 वाला लगूगा बट RMS ਜਿਹੜੀ ਆਪਾਂ ਨੇ ਲੋਡ ਦੇ क्रॉस फाइंड करनी है ਉੱਥੇ 1/2 ਲੱਗ ਇਹ ਲੋਡ ਦੇ क्रॉस ਲੱਗ ठीक है इतने 1/√2 नहीं लगूगा कर लो नोट इजीली फिर अपने को लाने ने एप्लीकेशंस ऑफ पीएन जंक्शन डायोड जिस जो आप दो एप्लीकेशंस नोट करांगे
ਜਾਂ 3 ਕਰਾਂਗੇ, ਤੇ ਇੱਕ ਐਪਲੀਕੇਸ਼ਨ ਵਾਲੀ ਜਿਹੜੀ ਹੋਊਗੀ ਉਹ ਨੈਕਸਟ ਕਲਾਸ 'ਚ ਹੋਊਗਾ। ਹੁਣ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਲਓ ਚੱਜ ਨਾਲ, ਠੀਕ ਹੈ। ਤੇ ਨੈਕਸਟ ਹੈਡਿੰਗ ਵੀ ਹੈਵ applications of PN junction diode. Applications of PN junction diode. First we have Zener diode. ਤਾਂ Zener normal diodes ਕੀ ਹੁੰਦਾ, ਜੇ ਆਪਾਂ ਉਸਨੂੰ ਰਿਵਰਸ ਚ ਚਲਾਉਂਦੇ ਆ ਤਾਂ ਉਹ ਖਰਾਬ ਹੋ ਜਾਂਦਾ ਹੈ। ਮਤਲਬ ਰਿਵਰਸ ਦੇ ਵਿੱਚ ਜੇ ਉਸਦੀ ਵੋਲਟੇਜ 15 ਤੋਂ 20 ਤੋਂ ਜ਼ਿਆਦਾ ਕਰਤੀ, ਫੋਰਵਰਡ ਤਾਂ ਚੱਲੂਗਾ। ਰਿਵਰਸ ਦੀ ਵੀ ਉਸਦੀ ਵੋਲਟੇਜ ਨੂੰ ਕੰਟਰੋਲ ਕਰਨ ਦੀ ਕੈਪੈਸਿਟੀ ਹੁੰਦੀ ਹੈ। ਮਤਲਬ ਇੱਕ ਮੈਕਸਿਮਮ ਵੋਲਟੇਜ ਤੱਕ ਉਹ ਅਪੋਜ਼ ਕਰ ਸਕਦਾ ਹੈ, ਉਸ ਮੈਕਸਿਮਮ ਵੋਲਟੇਜ ਤੋਂ ਬਾਅਦ ਉਹ ਅਪੋਜ਼ ਨਹੀਂ ਕਰ ਸਕਦਾ, ਉਹ ਖਰਾਬ ਹੋ ਜਾਊਗਾ। ਠੀਕ ਹੈ, ਤਾਂ ਆਪਣੇ ਕੋਲ ਜ਼ੀਨਰ ਡਾਇਓਡ ਇੱਕ ਸਪੈਸ਼ਲ ਡਾਇਓਡ ਹੁੰਦਾ ਹੈ ਜਿਹੜਾ ਖਰਾਬ ਨਹੀਂ ਹੁੰਦਾ। ਮਤਲਬ ਜੇ ਉਹ ਵਾਪਸ ਨੂੰ ਚੱਲਿਆ, ਉਹ ਰਿਵਰਸ ਬਾਇਸ 'ਚ ਕੰਡਕਟ ਵੀ ਕਰ ਗਿਆ, ਉਹ ਖਰਾਬ ਨਹੀਂ ਹੋਊਗਾ, ਵਾਪਸ ਉਹ ਸੇਮ ਪੋਜੀਸ਼ਨ ਤੇ ਆ ਜਾਊਗਾ। ਇਹ ਸੇਫਟੀ ਪਰਪਸ ਲਈ ਯੂਜ਼ ਕਰਦੇ ਆ। ਨੋਰਮਲ ਡਾਇਓਡ ਇਹੋ ਜਿਹਾ ਹੁੰਦਾ, ਠੀਕ ਹੈ। ਜ਼ੀਨਰ ਡਾਇਓਡ ਇਹੋ ਜਿਹਾ ਹੁੰਦਾ, ਇੱਥੋਂ ਘੁਮਾ ਲਓ। ਦਿਸ ਇਜ਼ ਸਿੰਪਲ ਫॉर ਜ਼ੀਨਰ ਡਾਇਓਡ। ਹਮੇਸ਼ਾ ਕਿਸ 'ਚ ਵਰਕ ਕਰੂਗਾ ਇਹ, ਰਿਵਰਸ ਬਾਇਸਿੰਗ ਦੇ ਵਿੱਚ, ਠੀਕ ਹੈ। ਡਾਇਗਰਾਮ ਦੇਖ ਲਓ ਸਰਕਟ ਦੀ, then you'll get to know। ਆ ਜ਼ੀਨਰ ਡਾਇਓਡ ਬਣਾਤਾ, V आउटपुट है, ठीक है। ये इनपुट है, तो इनपुट साइड हो जो वो आउटपुट साइड हो जूगी, ठीक है। तो अपने को की हो जाएगा, तो हाईली डोप्ड ਹੁੰਦਾ ਇਹ ਥਿਊਰੀ ਲਿਖਦੇ ਆ, ਇੱਕ ਵਾਰ ਸਮਝ ਲਓ ਇਸ ਨੂੰ। ਆਪਣੇ ਕੋਲ ਹੁੰਦਾ ਕੀ ਹੈ ਕਿ ਜਦੋਂ ਬਾਈ ਚਾਂਸ ਆਪਣੇ ਕੋਲ ਵੋਲਟੇਜ ਆ ਜਾਵੇ, ਧਿਆਨ ਨਾਲ ਦੇਖੋ ਇੱਥੇ, ਜਦੋਂ ਆਪਣੇ ਕੋਲ ਪੋਜ਼ਿਟਿਵ ਸਾਈਡ ਕਨੈਕਟਡ ਹੈ N ਨੂੰ, ਦਿਸ ਇਜ਼ P, ਨੈਗੇਟਿਵ ਸਾਈਡ ਕਨੈਕਟਡ ਹੈ P ਨੂੰ, ਤਾਂ ਇਹ ਕਨੈਕਟ ਨਹੀਂ ਕਰੂਗਾ ਰਿਵਰਸ ਬਾਇਸਿੰਗ 'ਚ। ਬਟ ਜਿਸ ਕੇਸ ਦੇ ਵਿੱਚ, ਮਤਲਬ ਜਦੋਂ ਇਹ ਰਿਵਰਸ ਬਾਇਸਿੰਗ 'ਚ ਇਸ 'ਚੋਂ ਕਰੰਟ ਨਹੀਂ ਜਾਊਗਾ, ਕਰੰਟ ਉੱਪਰੋਂ ਜਾਊਗਾ ਲੋਡ 'ਚੋਂ, ਐ ਫਲੋ ਕਰੂਗਾ। ਬਟ ਹੁਣ ਜੇ ਆਪਣੇ ਕੋਲ ਹਾਈ ਕਰੰਟ ਆ ਜਾਵੇ, ਹਾਈ ਵੋਲਟੇਜ ਆ ਜਾਵੇ ਪਿੱਛੋਂ, ਤਾਂ ਹੋਊਗਾ ਕਿ ਰਿਵਰਸ ਬਾਇਸ ਦੀ ਜਿਹੜੀ ਹੋਊਗੀ ਕੰਡੀਸ਼ਨ ਖਤਮ ਹੋ ਜੂਗੀ, ਇਸਦੀ ਲਿਮਿਟ ਕ੍ਰਾਸ ਹੋ ਜੂਗੀ, ਤੇ ਕੀ ਸਟਾਰਟ ਕਰ ਦੂਗਾ, ਕੰਡਕਸ਼ਨ ਸਟਾਰਟ ਕਰ ਦੂ, ਤਾਂ ਸਾਰਾ ਕਰੰਟ ਇਸ ਚੋਂ ਪਾਸ ਕਰ ਦੂ, ਤਾਂ ਲੋਡ ਚੋਂ ਕਰੰਟ ਪਾਸ ਨਹੀਂ ਕਰੂ। ਮਤਲਬ ਪਿੱਛੋਂ ਜਦੋਂ ਆਪਣੇ ਕੋਲ ਪੀਕ ਵੈਲਿਊ ਆਉਂਦੀ ਹੈ, ਬਹੁਤ ਜ਼ਿਆਦਾ ਹਾਈ ਵੋਲਟੇਜ ਆ ਜਾਂਦੀ ਹੈ, ਕੋਈ ਬਿਜਲੀ ਗਿਰ ਗਈ ਜਾਂ ਕੋਈ ਸ਼ਾਰਟ ਸਰਕਟ ਹੋ ਗਿਆ, ਤਾਂ ਉਸ ਸਿਨੈਰੀਓ ਦੇ ਵਿੱਚ ਕੀ ਹੋਊਗਾ, ਲੋਡ ਦੇ ਕ੍ਰਾਸ ਕਰੰਟ ਨਹੀਂ ਜਾਊ। ਬਿਕੋਜ਼ ਜਦੋਂ ਹਾਈ ਕਰੰਟ ਆਪਣੇ ਕਿਸੇ ਸਰਕਟ ਚੋਂ ਪਾਸ ਕਰਦਾ, ਲੋਡ ਦਾ ਮਤਲਬ ਕੀ ਹੋ ਗਿਆ, ਆਪਣੇ ਇੰਸਟਰੂਮੈਂਟਸ ਹੋ ਗਏ ਘਰ ਦੇ ਵਿੱਚ ਲੱਗੇ ਹੋਏ, ਲੈਪਟਾਪ ਹੋ ਗਿਆ, ਪੱਖਾ ਹੋ ਗਿਆ, ਫ੍ਰਿਜ ਹੋ ਗਿਆ, ਠੀਕ ਹੈ। ਜਦੋਂ ਇਹਨਾਂ ਦੇ ਵਿੱਚੋਂ ਕੋਈ ਹਾਈ ਵੋਲਟੇਜ ਜਾਂ ਹਾਈ ਕਰੰਟ ਪਾਸ ਕਰਦਾ ਹੈ ਕਾਫੀ ਜ਼ਿਆਦਾ, ਤਾਂ ਆਟੋਮੈਟਿਕਲੀ ਦੈਟ ਵਿਲ ਗੈਟ ਫਿਊਜ਼, ਤਾਂ ਉਹ ਫੁੱਕ ਜੂਗਾ। ਤਾਂ ਉਸ ਨੂੰ ਬਚਾਉਣ ਵਾਸਤੇ ਕੀ ਕੀਤਾ, ਜ਼ੀਨਰ ਡਾਇਓਡ ਲਗਾਇਆ ਰਿਵਰਸ ਬਾਇਸਿੰਗ ਦੇ ਵਿੱਚ। ਰਿਵਰਸ ਬਾਇਸਿੰਗ 'ਚ ਕੀ ਕੰਮ ਕਰਦਾ ਹੈ ਕਿ ਜਦੋਂ ਇੱਕ ਲਿਮਿਟ ਤੋਂ ਵੱਧ ਵੋਲਟੇਜ ਡ੍ਰੌਪ ਇਸ ਦੇ ਕ੍ਰਾਸ ਆਉਂਦਾ, ਤਾਂ ਉਹ ਕੰਡਕਸ਼ਨ ਸਟਾਰਟ ਕਰ ਦਿੰਦਾ ਹੈ। ਜਦੋਂ ਉਹ ਕੰਡਕਸ਼ਨ ਸਟਾਰਟ ਕਰ ਦੂਗਾ ਤਾਂ ਕਰੰਟ ਨੂੰ ਉਹ ਲੋਡ ਵੱਲ ਨਹੀਂ ਜਾਣ ਦੂਗਾ। ਕਰੰਟ ਕੀ ਫੋਲੋ ਕਰਦਾ ਹੈ, ਲੀਸਟ ਰੈਜ਼ਿਸਟਿਵ ਪਾਥ ਫੋਲੋ ਕਰਦਾ ਹੈ। ਜੇ ਕਰੰਟ ਇਸ ਚੋਂ ਪਾਸ ਕਰ ਜੂਗਾ ਤਾਂ ਉਹ ਲੋਡ ਚੋਂ ਪਾਸ ਨਹੀਂ ਕਰੂਗਾ, ਤਾਂ ਆਪਣੇ ਕੋਲ ਜਿਹੜਾ ਲੋਡ ਰਹਿ ਜੂਗਾ ਇਹ ਕੀ ਰਹਿ ਜੂਗਾ, ਸੇਫ ਰਹਿ ਜੂਗਾ। ਮਤਲਬ ਜਦੋਂ ਹਾਈ ਵੋਲਟੇਜ ਹਾਈ ਕਰੰਟ ਪਾਸ ਕਰੂਗਾ ਤਾਂ ਇਹ ਕੀ ਬਣ ਜੂ, ਕੰਡਕਟਰ ਬਣ ਜੂਗਾ। ਕੰਡਕਟਰ ਬਣ ਗਿਆ ਤਾਂ ਇਹ ਕਰੰਟ ਨੂੰ ਪਾਸ ਕਰਨ ਦਊਗਾ। ਜਦੋਂ ਕਰੰਟ ਇਸ ਚੋਂ ਪਾਸ ਕਰ ਗਿਆ ਤਾਂ ਉਹ ਲੋਡ ਚੋਂ ਪਾਸ ਨਹੀਂ ਕਰੂਗਾ, ਜਿਸ ਨਾਲ ਉਹ ਰਹਿ ਜੂਗਾ ਇੰਸਟਰੂਮੈਂਟ ਸੇਫ। ਤੇ ਇਹਦੀ ਖਾਸੀਅਤ ਕੀ ਹੈ ਕਿ ਜਦੋਂ ਕਰੰਟ ਪਾਸ ਹੋ ਕੇ ਚਲਾ ਗਿਆ, ਕੁਝ ਸੈਕਿੰਡਸ ਵਾਸਤੇ ਪਲਸ ਹੁੰਦੀ ਹੈ, ਪਲਸ ਚਲੇਗੀ ਤਾਂ ਵਾਪਸ ਕੀ ਹੋ ਜੂਗਾ, ਸਹੀ ਹੋ ਜੂਗਾ। ਨੋਰਮਲ ਡਾਇਓਡ ਤੇ ਜ਼ੀਨਰ 'ਚ ਫਰਕ ਕੀ ਹੈ, ਜ਼ੀਨਰ ਜੋ ਹੈ ਉਹ ਰਿਵਰਸ ਬਾਇਸਿੰਗ 'ਚ ਕੰਮ ਕਰਦਾ ਹੈ। ਜ਼ੀਨਰ ਜੋ ਹੈ ਉਹ ਆਪਣੀ ਪੁਰਾਣੀ ਪੋਜੀਸ਼ਨ ਤੇ ਵਾਪਸ ਆ ਜਾਊਗਾ ਜਦੋਂ ਆਪਾਂ ਐਕਸਟਰਨਲ ਸਪਲਾਈ ਬੰਦ ਕਰ ਦਾਂਗੇ, ਠੀਕ ਹੈ। ਬਟ ਸਿੰਪਲ ਡਾਇਓਡ ਕੀ ਹੋ ਗਿਆ, ਫੁੱਕ ਗਿਆ ਤਾਂ ਫੁੱਕ ਗਿਆ, ਉਹਨੂੰ ਦੁਬਾਰਾ ਆਪਾਂ ਯੂਜ਼ ਨਹੀਂ ਕਰ ਸਕਦੇ, ਤਾਂ ਉਹ ਕੀ ਬਣ ਜਾਂਦਾ ਹੈ, ਕੰਡਕਟਰ ਬਣ ਜਾਂਦਾ ਹੈ, that starts conducting in both sides ਜੇ ਇੱਕ ਵਾਰ ਫਿਊਜ਼ ਹੋ ਜਾਵੇ। ਬਟ ਜ਼ੀਨਰ ਡਾਇਓਡ ਕੀ ਹੈ, ਜੇ ਇੱਕ ਵਾਰ ਫਿਊਜ਼ ਹੋ ਗਿਆ ਤਾਂ ਕੋਈ ਚੱਕਰ ਨਹੀਂ ਹੈ, ਉਹ ਕੁਝ ਸੈਕਿੰਡਸ ਦੇ ਵਿੱਚ ਆਪਣੇ ਆਪ ਆਪਣੀ ਪੋਜੀਸ਼ਨ ਤੇ ਵਾਪਸ ਆ ਜਾਊਗਾ, ਠੀਕ ਹੈ। ਉਹ ਦੁਬਾਰਾ ਕੀ ਕਰਨਾ ਸਟਾਰਟ ਕਰ ਦੂਗਾ, ਇਨਸੂਲੇਟ ਕਰਨਾ ਸਟਾਰਟ ਕਰ ਦੂਗਾ। ਦੁਬਾਰਾ ਕੀ ਕਰੂਗਾ, ਰਿਵਰਸ ਬਾਇਸਿੰਗ 'ਚ ਕਰੰਟ ਨੂੰ ਪਾਸ ਨਹੀਂ ਹੋਣ ਦੂਗਾ। ਥਿਊਰੀ ਦੇਖ ਲਓ, it is heavily doped diode and it is connected in reverse bias and it is
connected in reverse bias position. It is used as voltage stabilizer. Voltage stabilizer. It is based on the concept that when voltage across Zener diode tries to increase its resistance decreases and current flows through it. So voltage across Zener diode remains constant and it prevents high current to flow through load. क्योंकि जे लोड चो हाई करंट पास नहीं करूंगा तो वो फ्यूज नहीं होगा, खराब नहीं होगा। खराब कदों होंदा जदों हाई करंट पास कर दिंदा ਜਾਂ वोल्टेज बहुत ज्यादा ਵੱਧ ਜਾਂਦੀ ਹੈ। तो वोल्टेज ਵਧਦੀ है, करंट ਦੀ स्पीड ਵਧਦੀ है, करंट ਦੀ स्पीड ਵਧਦੀ है ਤਾਂ ਉਹ ਕਿਸ ਚੋਂ ਫਲੋ ਕਰ ਜਾਊਗਾ, ਜ਼ੀਨਰ ਡਾਇਓਡ ਚੋਂ। ਜ਼ੀਨਰ ਡਾਇਓਡ ਚੋਂ ਫਲੋ ਕਰ ਜਾਊਗਾ ਤਾਂ ਉਸ ਚੋਂ ਪਾਸ ਹੀ ਨਹੀਂ ਕਰੂਗਾ ਲੋਡ ਚੋਂ। ठीक है, तो लोड की हो जाऊगा, बच जाऊगा। दिस इज फंक्शनिंग ऑफ जीनर डायोड। तो नोट कर लो आराम नाल, सिंपल जी वर्किंग है, कुछ खास नहीं है। फिर अपने को दो होर एप्लीकेशन, तीन ने लॉजिकल था, सोलर सेल भी है, ठीक है। एक आ जो अपने को फोटो डायोड, एक हो जो अपने को एलईडी, दोनों एक दूसरे के ऑपोजिट होंगे। फिर आ जो अपने को सोलर सेल। सोलर सेल वाला ਆਪਾਂ ਕੱਲ ਫੰਕਸ਼ਨਿੰਗ ਕਰਾਂਗੇ। ਅੱਜ ਆਪਾਂ ਫੋਟੋ ਡਾਇਓਡ ਤੇ एलईडी डिस्कस करांगे। ਹੁਣ वीडियो ਨੂੰ पॉज करके नोट कर लो, ठीक है, क्योंकि मैंने सेकंड ते थर्ड पॉइंट भी डिस्कस करना है। तो अपने को सेकंड आ जाऊगा फोटो डायोड। फोटो डायोड बिल्कुल सिंपल है, सेंसर का काम करता है, लाइट फॉल करती है, कंडक्ट करता है सर्किट। डायग्राम ड्रॉ कर लो। ਇਹ ਹਮੇਸ਼ਾ ਕਨੈਕਟ ਹੋਊਗਾ ਰਿਵਰਸ ਦੇ ਵਿੱਚ। ਤਾਂ ਆਪਣੇ ਕੋਲ ਇਹ ਆ ਗਿਆ ਫੋਟੋ ਡਾਇਓਡ ਦਾ ਹੋ ਗਿਆ ਕਿ ਜਿਸ ਮੂਵਮੈਂਟ ਤੇ ਲਾਈਟ ਸੂਟੇਬਲ ਫ੍ਰੀਕੁਐਂਸੀ ਦੀ ਇਸ ਤੇ ਫਾਲ ਕਰੂਗੀ ਉਸ ਮੂਵਮੈਂਟ ਤੇ ਇਹ ਕੰਡਕਟ ਕਰੂ ਰਿਵਰਸ ਬਾਇਸਿੰਗ ਦੇ ਵਿੱਚ, ਕਾइंड ऑफ ਜ਼ੀਨਰ ਡਾਇਓਡ। ਤੇ ਜਿਸ ਮੂਵਮੈਂਟ ਤੇ ਲਾਈਟ ਫਾਲ ਨਹੀਂ ਕਰੂਗੀ ਇਟ ਵਿਲ ਨਾਟ ਕੰਡਕਟ। ਬਸ ਇੰਨੇ ਕੁ ਫੰਕਸ਼ਨਿੰਗ ਹੈ ਇਹਦੀ, ਠੀਕ ਹੈ। ਜੇ ਲਾਈਟ ਫਾਲ ਕਰੂ ਸਰਕਿਟ ਕੰਡਕਟ ਕਰੂਗਾ, ਸੈਂਸਰ ਦਾ ਕੰਮ ਕਰ ਰਿਹਾ ਹੈ। अपने और स्ट्रीट लाइट्स वाले ही होंगे ने, जे नीरा होंदा सोलर वालियां तो ऑन हो जांदे, बैटरी कनेक्टेड हो जाता है। जे नीरा नहीं होंदा, दिन होंदा तो बंद हो जांदियां ने, ठीक है। अपने घर च सेंसर्स काफी सारे होंदे ने, अपनी व्हीकल्स काफी सारे होंदे ने, कनेक्टेड होंदे ने, बट किस च ये हमेशा रिवर्स बायसिंग च होगा, ठीक है। इट इज ऑलवेज, एंड एक सेंसर का काम करता है, ऑलवेज कनेक्टेड इन रिवर्स बायस, ठीक है। इट कंडक्ट्स as long as light falls on it. It conducts as long as light falls on it. सिंपल। ये उदों ही कंडक्ट करूगा जदों लाइट फॉल करूगी ते हमेशा की करूगा है रिवर्स बायस च काम करूगा। तो हुण इहदी एप्लीकेशंस किथे हैं? एप्लीकेशंस ऑफ फोटो डायोड, ठीक है। तो फोटो डायोड दी एप्लीकेशंस किथे है? तो फर्स्ट आ जाऊगी किथे करती है, ऑप्टिकल सिग्नल डिटेक्ट करता है, लाइट नु डिटेक्ट करता है। इट इज यूज्ड टू डिटेक्ट ऑप्टिकल सिग्नल्स। तो ऑप्टिकल सिग्नल्स किहड़े ने, लाइट सिग्नल्स नु डिटेक्ट करता है। सेकंड क्या है, ऑप्टिकल कम्युनिकेशन यूज होता है। इट इज यूज्ड in optical communications, it is used in
ऑप्टिकल कम्युनिकेशंस, ठीक है। फिर थर्ड जो इट इज यूज्ड इन लॉजिक गेट्स, लॉजिक गेट्स लिख लो, सर्किट्स लिख लो। सर्किट्स आप करांगे लॉजिक सर्किट्स, लॉजिक गेट्स करना है हाले डिस्कस, ठीक है। तो अपने को ऑप्टिकल कम्युनिकेशन से यूज होगा, ये अपने को यूज होगा लॉजिक गेट्स वगैरह ਦੇ ਵਿੱਚ। फिर अपने को एक कंसेप्चुअल क्वेश्चन आंदा है कि ਆਪਾਂ फोटो डायोड ਨੂੰ फॉरवर्ड बायसिंग ਚ यूज क्यों नहीं करते, ठीक है, कल्ले रिवर्स की यूज क्यों करते हैं। वाई फोटो डायोड always connected in reverse bias। कि ਆਪਾਂ ਜਿਹੜਾ फोटो डायोड है सिर्फ उसਨੂੰ रिवर्स बायस ही कनेक्ट क्यों करते हैं। ਤਾਂ लॉजिकली वैसे इत्थे डायग्राम ਚ देखो ध्यान ਨਾਲ, जे ਤੁਸੀਂ ड्रॉ कर ली, जे ਆਪਾਂ इसनू फॉरवर्ड बायस ਚ कनेक्ट ਕਰਦੇ ਤਾਂ इसने ਕੀ ਕਰਨਾ ਸੀਗਾ, इसने कंटिन्यूअसली करंट ਨੂੰ कंडक्ट करना ਸੀ। ਜਦੋਂ ਲਾਈਟ ਫਾਲ ਕਰਦੀ ਤਾਂ ਕਰੰਟ ਦੀ ਵੈਲਿਊ ਥੋੜੀ ਜਿਹੀ ਇਨਕਰੀਜ਼ ਕਰਦੀ, ਠੀਕ ਹੈ, ਕਿਉਂਕਿ ਫੋਰਵਰਡ ਬਾਇਸਿੰਗ ਦੇ ਵਿੱਚ ਕੀ ਹੁੰਦਾ, ਕਰੰਟ ਕੰਡਕਟ ਕਰਦਾ ਹੈ। ਬਟ ਜਦੋਂ ਆਪਾਂ ਰਿਵਰਸ ਬਾਇਸ ਚ ਰੱਖਾਂਗੇ ਤਾਂ ਇਹ ਕੰਡਕਟ ਨਹੀਂ ਕਰੂਗਾ। ਜਦੋਂ ਇਹ ਕੰਡਕਟ ਨਹੀਂ ਕਰੂ, ਪਹਿਲੀ ਕੰਡੀਸ਼ਨ ਹੋਗੀ ਕਿ ਜਦੋਂ ਲਾਈਟ ਫਾਲ ਕੀਤੀ ਫਿਰ ਕੰਡਕਟ ਕਰੂਗਾ। ਤਾਂ ਆਪਣੇ ਕੋਲ ਦੋ ਕੰਡੀਸ਼ਨਸ ਨੇ, ਇੱਕ ਆਪਣੇ ਕੋਲ ਫੋਰਵਰਡ ਬਾਇਸਿੰਗ ਦੀ ਕੰਡੀਸ਼ਨ ਹੈ ਜਿਹਦੇ ਵਿੱਚ ਪਹਿਲਾ ਕਰੰਟ ਥੋੜਾ ਜਿਹਾ ਲੈਟਸ ਸੇ 5 ਮਿਲੀ ਐਂਪੀਅਰ ਹੈ, ਫਿਰ ਲਾਈਟ ਫਾਲ ਕੀਤੀ ਹੈ ਬਣ ਗਿਆ 7 ਮਿਲੀ ਐਂਪੀਅਰ, ठीक है, करंट 5 to 7 गया। फिर सेकंड केस है रिवर्स बायसिंग च, रिवर्स बायसिंग च पहला करंट कितना 0 क्योंकि बनती है, सेकंड केस कितना करंट आ गया लाइट फॉल करन ते लेट्स से 2 मिली एंपियर दा ही फर्क पै गया। बट किस चीज नु डिटेक्ट करना सौखा है, सेंसर वास्ते भी अपने वास्ते भी 5 to 7 दा चेंज नु डिटेक्ट करना सौखा है कि पहला कंडक्ट नहीं कर रहा सीगा बट हुन कंडक्ट कर रहा है। तो ऑब्वियस ही गल है कि जदों अपने कोल पहला कंडक्शन नहीं सी दैट इज इन रिवर्स बायस ਤੇ ਹੁਣ ਕੰਡਕਟ ਕਰ ਰਿਹਾ ਕੁਛ ਨਾ ਕੁਛ ਕਰੰਟ ਫਲੋ ਕਰ ਰਿਹਾ, ਤਾਂ ਇਸ ਚੀਜ਼ ਨੂੰ ਡਿਟੈਕਟ ਕਰਨਾ ਈਜ਼ੀ ਹੈ, ਇਸ ਚੀਜ਼ ਨੂੰ ਡਿਟੈਕਟ ਕਰਨਾ ਕਨਵੀਨੀਐਂਟ ਹੈ ਮੋਰ ਐਸ ਕੰਪੇਅਰ ਟੂ 5 ਮਿਲੀ ਐਂਪੀਅਰ ਟੂ 7 ਮਿਲੀ ਐਂਪੀਅਰ, ਠੀਕ ਹੈ, ਕਲੀਅਰ। ਤਾਂ ਇਸ ਕੇਸ ਨੂੰ ਕੀ ਕਹਿੰਦੇ ਆ ਆਪਾਂ, ਫੋਟੋ ਡਾਇਓਡ ਨੂੰ ਇਸੇ ਚੱਕਰ ਚ ਆਪਾਂ ਰਿਵਰਸ ਬਾਇਸ ਕਨੈਕਟ ਕਰਦੇ ਆ ਬਿਕੋਜ਼ ਉਸ ਨੂੰ ਡਿਟੈਕਟ ਕਰਨਾ ਸੌਖਾ ਹੋ ਜਾਂਦਾ ਹੈ, ਸਿਸਟਮ ਨੂੰ ਡਿਟੈਕਟ ਕਰਨਾ ਸੌਖਾ ਹੁੰਦਾ ਹੈ। ਸਟੇਟਮੈਂਟ ਵੀ ਇਹੀ ਹੈ ਆਪਣੇ ਕੋਲ, ਪਹਿਲਾਂ ਮੈਂ ਗਾਇਬ ਕਰ ਰਿਹਾ ਇਸ ਉਮੀਦ ਦੇ ਵਿੱਚ ਕਿ ਤੁਸੀਂ ਥਿਊਰੀ ਨੋਟ ਕਰ ਲਈ ਹੋਊਗੀ। देख लो आंसर है दा, if diode is in forward bias, increase in current is small, increase in current is small when light falls on it, ठीक है, कि जदों फॉरवर्ड बायसिंग है तो करंट की करूगा थोड़ा इंक्रीज करूगा। बट इफ डायोड इज इन रिवर्स बायस then increase in current will be large when light falls on it, परसेंटेज ऑफ करंट बहुत ज्यादा बढ़ जाएगा, ठीक है। सो वी यूज photodiode in reverse bias, so we use photodiode in reverse bias only। ਹੁਣ ਅੱਜ ਲਈ ਮੈਂ ਇੱਥੇ ਹੀ ਖਤਮ ਕਰ ਰਿਹਾ, ਸਿੰਪਲ ਰੀਜ਼ਨ ਹੈ ਕਿ ਜਿਹੜਾ ਫੁੱਲ ਵੇਵ ਰੈਕਟੀਫਾਇਰ ਦੀ ਥਿਊਰੀ ਲਿਖਣੀ ਹੈ ਉਹ ਤੁਹਾਨੂੰ ਖੁਦ ਲਿਖਣੀ ਪਊਗੀ, ਠੀਕ ਹੈ। ਤੇ ਨੋਟ ਕਰਨਾ ਈਜ਼ੀ ਹੈ, ਸਮਝਣਾ ਟਾਈਮ ਟੇਕਿੰਗ ਹੈ, ਤੇ ਜਿਹੜੇ ਨੂਮੈਰੀਕਲ ਅੱਜ 3 ਡਿਸਕਸ ਕੀਤੇ ਨੇ ਉਹਨਾਂ ਨੂੰ ਤੁਸੀਂ ਦੁਬਾਰਾ ਦੇਖਣਾ ਹੈ, 2 बार करोगे ਤਾਂ ਜਾ ਕੇ ਚੀਜ਼ਾਂ ਕਲੈਰੀਫਾਈ ਹੋਣਗੇ ਚੱਜ ਨਾਲ, ਠੀਕ ਹੈ। ਬੁੱਕ ਵਾਲੇ ਨੂਮੈਰੀਕਲਸ ਮੈਂ ਨਹੀਂ ਦਿੰਦਾ ਕਰਨ ਨੂੰ ਹੋਮਵਰਕ ਚ, ਬਟ ਇਹ ਵਾਲੇ ਚੱਜ ਨਾਲ ਕਰ ਲਓ ਜਿਹਨੇ 2-3 ਨੂਮੈਰੀਕਲਸ ਕਰਾਏ ਨੇ। ਹੁਣ ਵੀਡੀਓ ਪੌਜ਼ ਕਰੋ ਤੇ ਨੋਟ ਕਰੋ
कि अज वास्ते इन्ना ही है अपने लिए।